ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਗ ਸੂਹੀ ਵਿੱਚ ਉਚਾਰਨ ਕੀਤੀਆਂ ਹੋਈਆਂ ਪਾਵਨ ਲਾਵਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਆਪਾਂ ਵਿਚਾਰ ਰਹੇ ਹਾਂ। ਦੋ ਲਾਵਾਂ ਦੀ ਵਿਚਾਰ ਪਿੱਛੇ ਆਪ ਜੀ ਸਰਵਣ ਕਰ ਚੁੱਕੇ ਹੋ। ਤੀਸਰੀ ਲਾਮ ਦੁਆਰਾ ਉਪਦੇਸ਼ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਆਓ ਮਨ ਔਰ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿਚਾਰ ਨਾਲ ਜੁੜੀਏ। ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਤੀਜੜੀ ਲਾਵਾ ਮਨ ਚਾਉ ਪਿਆ, ਬੈਰਾਗੀਆ ਬਲ ਰਾਮ ਜੀਓ। ਤੀਸਰੀ ਲਾਮ ਦੁਆਰਾ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਉਪਦੇਸ਼ ਦਿੰਦੇ ਹਨ। ਲਾਮ ਦਾ ਮਤਲਬ ਹੁੰਦਾ ਫੇਰਾ, ਲਾਮ ਦਾ ਮਤਲਬ ਹੁੰਦਾ ਪਰਿਕਰਮਾ। ਤੀਸਰੇ ਫੇਰੇ ਦੁਆਰਾ, ਤੀਸਰੀ ਪਰਿਕਰਮਾ ਦੁਆਰਾ, ਤੀਸਰੀ ਲਾਭ ਦੁਆਰਾ ਮਹਾਰਾਜ ਜੀ ਉਪਦੇਸ਼ ਦਿੰਦੇ ਹਨ ਕਿ ਰੱਬ ਦੇ ਪਿਆਰਿਆਂ ਗੁਰਮੁਖਾਂ ਦੇ ਹਿਰਦਿਆਂ ਵਿੱਚ ਜਿਨ੍ਹਾਂ ਅੰਦਰ ਵੈਰਾਗ ਹੈ, ਉਹਨਾਂ ਅੰਦਰ ਪਰਮੇਸ਼ਰ ਨੂੰ ਮਿਲਣ ਦਾ ਚਾਅ ਪੈਦਾ ਹੋਇਆ। ਤੀਸਰੀ ਲਾਮ ਵੈਰਾਗ ਵਾਲੇ ਪਾਸੇ ਪ੍ਰੇਰਿਤ ਕਰ ਰਹੀ ਹੈ। ਪਹਿਲੀ ਲਾਮ ਵਿੱਚ ਕਰਮ ਦੀ ਗੱਲ ਕੀਤੀ ਹੈ ਸਤਿਗੁਰਾਂ ਨੇ, ਦੂਸਰੀ ਲਾਮ ਦੇ ਵਿੱਚ ਵਿਚਾਰ ਦੀ ਗੱਲ ਕੀਤੀ ਹੈ, ਔਰ ਤੀਸਰੀ ਲਾਮ 'ਚ ਵਿਚਾਰ ਤੋਂ ਬਾਅਦ ਵੈਰਾਗ ਦੀ ਗੱਲ ਕਰ ਰਹੇ ਨੇ। ਕਿਉਂਕਿ ਜਦੋਂ ਸੱਚ ਤੇ ਝੂਠ ਦੀ ਵਿਚਾਰ ਹਿਰਦੇ 'ਚ ਚੱਲਦੀ ਹੈ, ਫਿਰ ਜੋ ਝੂਠ ਹੈ ਉਹਨੂੰ ਤਿਆਗਣ ਲਈ ਵੈਰਾਗ ਚਾਹੀਦਾ। ਵੈਰਾਗ ਬਿਨਾਂ ਝੂਠ ਤਿਆਗਿਆ ਨਹੀਂ ਜਾਣਾ। ਤੇ ਜਦੋਂ ਤੱਕ ਹਿਰਦੇ 'ਚ ਵੈਰਾਗ ਨਹੀਂ ਆਵੇਗਾ, ਉਦੋਂ ਤੱਕ ਪਰਮੇਸ਼ਰ ਦੇ ਮਿਲਣ ਦਾ ਚਾਅ ਵੀ ਨਹੀਂ ਜਾਗੇਗਾ। ਤਦੇ ਸਾਹਿਬ ਕਹਿੰਦੇ ਆ, ਮਨ ਬੈਰਾਗ ਪਿਆ ਦਰਸ਼ਨ ਦੇਖਣਾ ਕਾ ਚਾਓ। ਮੇਰੇ ਮਨ 'ਚ ਵੈਰਾਗ ਉਪਜਿਆ ਔਰ ਹਰੀ ਦੇ ਦਰਸ਼ਨਾਂ ਦਾ ਚਾਅ ਜਾਗਿਆ। ਮਨ ਬੈਰਾਗੈਗੀ ਖੋਜਤੀ ਦਰਸਾਰ। ਜਦੋਂ ਮੇਰੇ ਮਨ 'ਚ ਵੈਰਾਗ ਆਇਆ ਤਾਂ ਮੈਂ ਨਿਰੰਕਾਰ ਦੇ ਦਰਸ਼ਨਾਂ ਦੀ ਖੋਜ ਨੂੰ ਚੱਲ ਪਈ। ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਸਤਿਗੁਰਾਂ ਨੇ ਅਤ ਉੱਚ ਦਰਜੇ ਦੇ ਵੈਰਾਗ ਦਾ ਜ਼ਿਕਰ ਕੀਤਾ। ਸਾਹਿਬ ਨੌਵੇਂ ਗੁਰਦੇਵ ਦੀ ਅੰਮ੍ਰਿਤ ਬਾਣੀ ਪੜ੍ਹੀਏ, ਵੈਰਾਗਮਈ ਹੈ। ਮਹਾਰਾਜ ਭਗਤ ਫਰੀਦ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਪੜ੍ਹੀਏ, ਪੂਰਨ ਵੈਰਾਗ ਹੈ। ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅਨੇਕਾਂ ਪਾਵਨ ਅੰਮ੍ਰਿਤ ਬਚਨ ਜਿਨ੍ਹਾਂ ਵਿੱਚ ਵੈਰਾਗ ਹੈ। ਤੋ ਵੈਰਾਗ ਤੋਂ ਬਾਅਦ ਪਰਮੇਸ਼ਰ ਦੇ ਦਰਸ਼ਨਾਂ ਦਾ ਚਾਅ ਜਾਗਦਾ। ਜਿਹੜਾ ਗੁਰਮਤਿ ਦਾ ਵੈਰਾਗ ਹੈ ਨਾ, ਉਹ ਇਸ ਤਰ੍ਹਾਂ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਜਨਮ ਸਾਖੀ 'ਚ ਜ਼ਿਕਰ ਕਰਦੇ ਨੇ ਕਿ ਗੁਰਸਿੱਖ ਦੇ ਹਿਰਦੇ ਵਿੱਚ ਗਿਆਨ, ਮੁਖ ਵਿੱਚ ਭਗਤੀ ਔਰ ਵਰਤਣ 'ਚ ਵੈਰਾਗ ਚਾਹੀਦਾ। ਹਿਰਦੇ 'ਚ ਗਿਆਨ ਕਿ ਮੈਂ ਬ੍ਰਹਮ ਰੂਪ ਹਾਂ, ਪਰ ਮੂੰਹ ਤੋਂ ਨਹੀਂ ਕਹਿਣਾ ਵੀ ਮੈਂ ਰੱਬ ਹਾਂ, ਮੂੰਹ ਤੋਂ ਮੈਂ ਉਹਦਾ ਦਾਸ ਹਾਂ, ਇਹ ਭਗਤੀ। ਔਰ ਜਦੋਂ ਵਰਤਣਾ ਸੰਸਾਰ ਦੇ ਵਿੱਚ ਤੇ ਫਿਰ ਉਸ ਵੇਲੇ ਕਿਸੇ ਵਸਤ ਨਾਲ ਪਕੜਨਾ ਹੋਵੇ, ਉਹਨੂੰ ਵੈਰਾਗ ਕਹਿੰਦੇ ਆ। ਵਰਤਣ ਵਿੱਚ ਵੈਰਾਗ। ਪਾਤਸ਼ਾਹ ਕਹਿੰਦੇ ਕਿ ਹੁਣ ਵੈਰਾਗ ਉਪਜਿਆ ਗੁਰਸਿੱਖਾਂ ਦੇ ਹਿਰਦਿਆਂ ਵਿੱਚ, ਔਰ ਉਸ ਵੈਰਾਗ ਨਾਲ ਉਸ ਪ੍ਰਭੂ ਪਰਮੇਸ਼ਰ ਦੇ ਮਿਲਣ ਦਾ ਚਾਉ ਜਾਗਿਆ, ਪ੍ਰੇਮ ਜਾਗਿਆ ਹੈ। ਸੰਤ ਜਨਾ
ਹਰ ਮੇਲ ਹਰ ਪਾਇਆ ਵੱਡ ਭਾਗੀਆ ਬਲ ਰਾਮ ਜੀਓ। ਰਾਮ ਤੋਂ ਬਲਿਹਾਰ ਜਾਈਏ, ਜਿਹੜੇ ਵੱਡਿਆਂ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਭਾਗ ਵੱਡੇ ਹਨ, ਇਹ ਵੱਡ ਭਾਗੀਆ, ਵੱਡ ਭਾਗੀ, ਬੜੇ ਭਾਗ। ਇਹ ਸ਼ਬਦ ਗੁਰਬਾਣੀ 'ਚ ਕਈ ਵਾਰੀ ਆਪ ਜੀ ਪੜ੍ਹਦੇ ਸੁਣਦੇ। ਇਹਦਾ ਮਤਲਬ ਹੈ ਕਿ ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਕਰਮ ਕੁਝ ਚੰਗੇ ਸੀ ਔਰ ਉਹਦੀ ਪਰਾਲਬਧ ਚੰਗੀ ਬਣੀ, ਵੱਡੇ ਭਾਗ ਉਹਨੂੰ ਕਹਿੰਦੇ ਆ ਕਿ ਜਿਨ੍ਹਾਂ ਦੇ ਭਾਗ ਵੱਡੇ, ਯਾਨੀ ਕਿ ਕੋਈ ਕਰਮ ਨੇ ਜਿਹੜੇ ਜਾਗੇ ਨੇ। ਇੱਥੇ ਆਪਾਂ ਗੁਰੂ ਕੀ ਸੰਗਤ ਵਿੱਚ ਬੈਠੇ ਗੁਰਬਾਣੀ ਸੁਣ ਰਹੇ ਹਾਂ, ਵਿਚਾਰ ਰਹੇ ਹਾਂ, ਤਾਂ ਇਹ ਕੋਈ ਸਾਡੇ ਪੂਰਬਲੇ ਜਨਮਾਂ ਦੇ ਚੰਗੇ ਕਰਮ ਨੇ ਜਿਨ੍ਹਾਂ ਦਾ ਫਲ ਸਤਿਗੁਰੂ ਜੀ ਸਾਨੂੰ ਦੇ ਰਹੇ ਨੇ। ਪੂਰਬ ਜਨਮਾਂ ਦੇ ਕੀਤੇ ਕਰਮ ਜਦੋਂ ਅੰਕੁਰਿਤ ਹੁੰਦੇ ਨੇ ਤਾਂ ਸਤਿਗੁਰਾਂ ਦੀ ਸੰਗਤ ਮਿਲਦੀ ਹੈ। ਤੋ ਵੱਡੇ ਭਾਗਾਂ ਵਾਲਿਆਂ ਨੂੰ ਸੰਤ ਜਨਾਂ ਦਾ ਮੇਲ ਪ੍ਰਾਪਤ ਹੁੰਦਾ ਹੈ ਔਰ ਸੰਤ ਜਨਾਂ ਦੇ ਮੇਲ ਵਿੱਚ ਉਹ ਹਰੀ ਦੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਦੇ ਨੇ। ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗੀਆ ਬਲ ਰਾਮ ਜੀਓ। ਜਿਹੜੇ ਵੱਡਿਆਂ ਭਾਗਾਂ ਵਾਲੇ ਨੇ, ਇਹਨੂੰ ਅਨਵੈ ਕਰਕੇ ਅਰਥ ਕਰਾਂਗੇ। ਵੱਡਿਆਂ ਭਾਗਾਂ ਵਾਲਿਆਂ ਨੂੰ ਸੰਤ ਜਨਾ ਹਰ ਮੇਲ, ਸੰਤ ਜਨਾਂ ਦਾ ਮੇਲ ਪ੍ਰਾਪਤ ਹੋਇਆ, ਸੰਤ ਜਨਾਂ ਦੀ ਸੰਗਤ ਪ੍ਰਾਪਤ ਹੋਈ ਔਰ ਸੰਤ ਜਨਾਂ ਦੀ ਸੰਗਤ ਵਿੱਚ ਹਰ ਪਾਇਆ। ਉਹਨਾਂ ਨੇ ਹਰੀ ਅਕਾਲ ਪੁਰਖ ਜੀ ਦੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਕੀਤੀ। ਸਤਿਪੁਰਸ਼ਾਂ ਦੀ, ਸੰਤ ਜਨਾਂ ਦੀ ਸੰਗਤ ਵਿੱਚ ਨਾਮ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਸਤ ਸੰਗਤ ਵਿੱਚ ਕੇਵਲ ਨਾਮ ਦਾ ਹੀ ਵਖਿਆਨ ਹੁੰਦਾ ਨਾ। ਜਿੱਥੇ ਇੱਕ ਨਾਮ ਦਾ ਵਖਿਆਨ ਹੋਵੇ, ਜਿੱਥੇ ਇੱਕ ਨਾਮ ਦੀ ਬਾਤ ਹੋਵੇ, ਨਾਮ ਦੀ ਚਰਚਾ ਹੋਵੇ, ਨਾਮ ਦੀ ਮਹਿਮਾ ਹੋਵੇ, ਉਸ ਸਤਿਪੁਰਸ਼ਾਂ ਦੀ ਸੰਗਤ ਵਿੱਚੋਂ ਸਤ ਸੰਗੀਆਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ। ਨਿਰਮਲ ਹਰੀ ਦੇ ਨਾਮ ਨੂੰ ਪ੍ਰਾਪਤ ਕੀਤਾ ਗੁਰਮੁਖਾਂ ਨੇ। ਨਿਰਮਲ ਹਰ ਪਾਇਆ, ਨਿਰਮਲ ਜਿਸ ਨਾਮ ਨੂੰ ਕੋਈ ਮੈਲ ਨਹੀਂ ਵਿਆਪਦੀ। ਦੁਨੀਆ ਦਾ ਕੋਈ ਵੀ ਕਰਮ ਕਰੋ ਨੂੰ ਮੈਲ ਲੱਗ ਜਾਏਗੀ ਹਉਮੈ ਦੀ, ਪਰ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਹਿਰਦੇ ਦੀ ਮੈਲ ਨੂੰ ਧੋਂਦਾ, ਕਿਉਂਕਿ ਉਹ ਨਿਰਮਲ ਹੈ। ਨਿਰਮਲ ਹਰੀ ਨਾਮ ਦੀ ਪ੍ਰਾਪਤੀ ਕਰਕੇ ਹਰ ਗੁਣ ਗਾਇਆ। ਹਰੀ ਦੇ ਗੁਣ ਗਾਏ ਗੁਰਮੁਖਾਂ ਨੇ, ਹਰੀ ਦੇ ਗੁਣਾਂ ਨੂੰ ਰਾਤ ਦਿਨ ਗਾਇਨ ਕੀਤਾ ਔਰ ਜਿੱਥੇ ਹਰੀ ਦੇ ਗੁਣ ਗਾਏ ਮੁਖ ਬੋਲੀ ਹਰ ਬਾਣੀ। ਆਪਣੇ ਮੁਖੋਂ, ਆਪਣੀ ਰਸਨਾ ਤੋਂ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਬੋਲਿਆ। ਉਹ ਗੁਰਬਾਣੀ ਬੋਲਦੇ ਹੈ, ਗੁਰਬਾਣੀ ਪੜ੍ਹਦੇ ਹੈ, ਗੁਰਬਾਣੀ ਆਪਣੇ ਮੁਖੋਂ ਉਚਾਰਨ ਕਰਦੇ ਹੈ ਔਰ ਨਿਰੰਕਾਰ ਦੀ ਹਰੀ ਦੀ ਜਿਹੜੀ ਬਾਣੀ ਆ ਉਹੀ ਉਹਨਾਂ ਦੀ ਰਸਨਾ ਦਾ ਸ਼ਿੰਗਾਰ ਹੈ। ਹਰ ਵੇਲੇ ਉਹਨਾਂ ਦੀ ਰਸਨਾ ਦਾ ਸ਼ਿੰਗਾਰ ਹਰੀ ਦੀ ਬਾਣੀ ਬਣੀ ਰਹਿੰਦੀ ਹੈ। ਹਰ ਵੇਲੇ ਉਹ ਆਪਣੀ ਰਸਨਾ ਤੋਂ ਗੁਰਬਾਣੀ ਪੜ੍ਹਦੇ ਆ, ਗੁਰਬਾਣੀ ਚਵਦੇ ਆ, ਗੁਰਬਾਣੀ ਦੇ ਅੰਮ੍ਰਿਤ ਬੁਰਕਿਆਂ ਨੂੰ ਪੁੰਚਦੇ ਆ ਹਰ ਵੇਲੇ ਅੱਠੇ ਪੈਰ। ਜਦੋਂ ਵੇਖੀ ਉਹਨਾਂ ਦੀ ਰਸਨਾ ਤੇ ਗੁਰਬਾਣੀ ਹੈ ਜਾਂ ਗੁਰਬਾਣੀ ਸੰਬੰਧਿਤ ਵਿਚਾਰ ਹੈ, ਗੁਰਬਾਣੀ ਸੰਬੰਧੀ ਗੁਰੂ ਕੀ ਪਾਵਨ ਬਾਣੀ ਤੋਂ ਬਿਨਾਂ ਉਹ ਆਪਣੀ ਰਸਨਾ ਤੋਂ ਕੁਝ ਹੋਰ ਉਚਾਰਦੇ ਹੀ ਨਹੀਂ। ਤਦੇ ਤਾਂ ਐਸੇ ਐਸੇ ਮਹਾਂਪੁਰਸ਼ ਪੰਥ ਵਿੱਚ ਹੋ ਗੁਜਰੇ ਨੇ ਜਿਹੜੇ 100 ਪਾਠ, 101 ਪਾਠ ਸ੍ਰੀ ਜਪਜੀ ਸਾਹਿਬ ਦਾ ਰੋਜ਼ ਪੜ੍ਹ ਲੈਂਦੇ। ਉਹ ਗੁਰਬਾਣੀ ਹੀ ਹਰ ਵੇਲੇ ਜਦੋਂ ਰਸਨਾ ਤੋਂ ਉਚਾਰਨ ਕਰਨੀ ਤੇ ਫਿਰ ਉਹ ਕੁਝ ਹੋਰ ਆਪਣੀ ਰਸਨਾ ਨੂੰ ਕਿਸੇ ਹੋਰ ਕੰਮ ਤੇ ਲਾਉਂਦੇ ਹੀ ਨਹੀਂ। ਇੱਥੇ ਪਾਤਸ਼ਾਹ ਕਹਿੰਦੇ ਜਿਹੜੇ ਤੀਸਰੀ ਲਾਮ ਚ ਆ ਗਏ ਨਾ, ਇਸ ਪੜਾਅ ਚ ਪਹੁੰਚ ਗਏ, ਉਹ ਨਿਰਮਲ ਹਰੀ ਨਾਮ ਦੀ ਪ੍ਰਾਪਤੀ ਕਰਕੇ ਹਰੀ ਦੇ ਗੁਣ ਗਾਇਨ ਕਰਦੇ ਨੇ ਔਰ ਆਪਣੇ ਮੁਖ ਤੋਂ ਹਮੇਸ਼ਾ ਅੱਠੇ ਪੈਰ ਨਿਰੰਤਰ
ਨਿਰੰਕਾਰ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਬੋਲਦੇ ਨੇ। ਮੁਖ ਬੋਲੀ ਹਰ ਬਾਣੀ, ਆਪਣੇ ਮੁਖ ਤੋਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅੰਮ੍ਰਿਤਮਈ ਬਾਣੀ ਨੂੰ ਬੋਲਦੇ ਹਨ। ਸੰਤ ਜਨਾ ਵਡ ਭਾਗੀ ਪਾਇਆ, ਹਰ ਕਥਿਆ ਕਥ ਕਹਾਣੀ। ਸੰਤ ਜਨਾਂ ਦੀ ਸੰਗਤ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਤੀਸਰੀ ਲਾਮ 'ਚ ਜਿੱਥੇ ਮਹਾਰਾਜ ਜੀ ਨੇ ਵਿਰਾਗ ਦੀ ਗੱਲ ਕੀਤੀ, ਉੱਥੇ ਸਤਿਪੁਰਸ਼ਾਂ ਦੀ ਸੰਗਤ ਦੀ ਗੱਲ ਨਾਲ ਨਾਲ ਕਰ ਰਹੇ ਨੇ ਕਿ ਸਾਧੂਆਂ ਦਾ ਸੰਗ ਜ਼ਰੂਰੀ। ਵਿਰਾਗ ਹੋ ਗਿਆ ਮਹਾਰਾਜ ਭਗਤ ਧਰੂ ਜੀ ਦੇ ਹਿਰਦੇ ਵਿੱਚ, ਘਰੋਂ ਚੱਲ ਪਏ ਵਿਰਾਗ ਨਾਲ, ਪਰ ਜਦੋਂ ਤੱਕ ਨਾਰਦ ਸਾਧੂ ਰੂਪ 'ਚ ਨਾ ਮਿਲਦਾ ਤਾਂ ਕੀ ਉਹਨਾਂ ਦਾ ਵਿਰਾਗ ਸਫਲ ਹੋਣਾ ਸੀ? ਉਹ ਤਾਂ ਵਿਰਾਗ ਕਰਕੇ ਮਨ 'ਚ ਉਦਾਸੀ ਜੀ ਆਈ, ਚੱਲ ਪਏ, ਨਹੀਂ ਪਤਾ ਮੈਂ ਕਿੱਧਰ ਜਾਣਾ, ਕੀ ਕਰਨਾ, ਕੀ ਜਪ ਪੜ੍ਹਨਾ। ਜਦੋਂ ਨਾਰਦ ਜੀ ਮਿਲੇ, ਉਹਨਾਂ ਨੇ ਉਪਦੇਸ਼ ਦਿੱਤਾ ਤੇ ਭਗਤੀ ਦੇ ਰੰਗ ਵਿੱਚ ਲੱਗ ਗਏ। ਤੋ ਸਾਧੂ ਜਨਾਂ ਦੀ ਸੰਗਤ ਵਿੱਚ ਜਾ ਕੇ ਸੋਝੀ ਆਉਂਦੀ ਹੈ ਪਰਮੇਸ਼ਰ ਦੀ ਬੰਦਗੀ ਕਰਨ ਦੀ, ਨਿਰੰਕਾਰ ਦਾ ਨਾਮ ਜਪਣ ਦੀ ਪ੍ਰੇਰਨਾ ਪ੍ਰਾਪਤ ਹੁੰਦੀ ਹੈ। ਇਸ ਕਰਕੇ ਗੁਰਦੇਵ ਕਹਿੰਦੇ ਸੰਤ ਜਨਾਂ ਦਾ ਸੰਗ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ। ਸੰਤ ਜਨਾਂ ਵੱਡ ਭਾਗੀ ਪਾਇਆ, ਜਿਨ੍ਹਾਂ ਦੇ ਭਾਗ ਵੱਡੇ ਨੇ ਉਹਨਾਂ ਨੂੰ ਨਿਰੰਕਾਰ ਦੇ ਪਿਆਰਿਆਂ ਦਾ ਸੰਗ ਪ੍ਰਾਪਤ ਹੁੰਦਾ। ਕਥਿਐ ਅਕਥ ਕਹਾਣੀ, ਸੰਤ ਜਨਾਂ ਦੀ ਸੰਗਤ ਵਿੱਚ ਜਾ ਕੇ ਉਹ ਰੱਬ ਦੇ ਪਿਆਰੇ, ਨਿਰੰਕਾਰ ਦੇ ਪਿਆਰੇ ਅਕਥ ਦੀ ਕਹਾਣੀ ਨੂੰ ਕਥਨ ਕਰਦੇ ਆ। ਜੋ ਅਕਥ ਹੈ ਉਹਨੂੰ ਕਥਿਆ ਜਾਂਦਾ। ਕੋਈ ਆਖੇ ਜਿਹੜਾ ਅਕਥ ਹੈ ਉਹਨੂੰ ਕੀ ਲੋੜ ਹੈ ਕਥਨ ਦੀ? ਜਿਹਦੇ ਬਾਰੇ ਕੁਝ ਕਥਿਆ ਹੀ ਨਹੀਂ ਜਾ ਸਕਦਾ, ਉਹਦੇ ਬਾਰੇ ਕਿਉਂ ਕਹਿਣਾ ਕੁਝ? ਸੰਤ ਜਨਾਂ ਦੀ ਸੰਗਤ ਵਿੱਚ ਅਕਥ ਨੂੰ ਤਾਂ ਕਥਿਆ ਜਾਂਦਾ ਹੈ ਕਿ ਜਿਹੜੇ ਸਾਡੇ ਵਰਗੇ ਭੁੱਲੜ ਜੀਵ ਉਹਨਾਂ ਦੀ ਸੰਗਤ 'ਚ ਜਿਉਂਦੇ ਨੇ, ਉਹਨਾਂ ਨੂੰ ਕੁਝ ਗਿਆਨ ਹਾਸਲ ਹੋ ਸਕੇ। ਅਸਲੀਅਤ ਇਹ ਹੈ ਵੀ ਪ੍ਰਮਾਤਮਾ ਅਕਥ ਹੈ, ਉਹਦੇ ਬਾਰੇ ਕੁਝ ਵੀ ਨਹੀਂ ਕਥਿਆ ਜਾ ਸਕਦਾ। ਫਿਰ ਵੀ ਕੁਝ ਕਥਨ ਕੀਤਾ ਜਾਂਦਾ ਹੈ, ਉਸ ਅਕਥ ਦੀ ਕਹਾਣੀ ਕਥੀ ਜਾਂਦੀ ਹੈ ਤਾਂ ਜੋ ਸੰਤ ਜਨਾਂ ਦੀ ਸੰਗਤ ਵਿੱਚ ਜਾ ਕੇ ਬੈਠ ਕੇ ਸਾਡੇ ਵਰਗੇ ਜੀਵਾਂ ਨੂੰ ਕੁਝ ਗਿਆਨ ਪ੍ਰਾਪਤ ਹੋ ਸਕੇ। ਸਾਡੀ ਸੁਰਤੀ ਵਿੱਚ ਪਰਮੇਸ਼ਰ ਦੀ ਸੁਰਤ ਜਿਹੜੀ ਆ ਉਹ ਜਾਗ ਪਵੇ, ਤਾਂ ਕਥਾ ਹੁੰਦੀ ਹੈ ਨਾ। ਪਰਮਾਤਮਾ ਦਾ ਅੰਤ ਪਾਉਣ ਲਈ ਕਥਾ ਨਹੀਂ ਹੈ। ਜਿਹਨਾਂ ਅੰਤ ਪਾਉਣ ਦਾ ਯਤਨ ਕੀਤਾ ਉਹ ਤਾਂ ਬੜੇ ਸਨ, ਜਿਹੜੇ ਕਥ ਕੇ ਚਲੇ ਗਏ ਨੇ। ਕਥ ਕਥੀ ਕੋਟੀ ਕੋਟ ਬੜੇ ਨੇ ਜਿਹੜੇ ਚਲੇ ਗਏ ਨੇ ਪਹਿਲਾਂ, ਹੁਣ ਵੀ ਨੇ ਜਿਹੜੇ ਕਥ ਰਹੇ ਨੇ, ਅੱਗੇ ਵੀ ਕਰੋੜਾਂ ਹੋਣਗੇ, ਪਰ ਉਹਦੀ ਕਥਾ ਦਾ ਕੋਈ ਅੰਤ ਨਹੀਂ, ਉਹ ਅਕਥ ਹੈ। ਤੋ ਸੰਤ ਜਨਾਂ ਦਾ ਸੰਗ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ, ਔਰ ਉਹਨਾਂ ਦੀ ਸੰਗਤ ਵਿੱਚ ਅਕਥ ਦੀਆਂ ਕਹਾਣੀਆਂ ਕਥਨ ਕੀਤੀਆਂ ਜਾਂਦੀਆਂ। ਅਸਲ ਵਿੱਚ ਸੰਤਾਂ ਦੀ ਨਿਸ਼ਾਨੀ ਇਹ ਹੈ, ਜਿਨ੍ਹਾਂ ਸੰਤ ਪੁਰਸ਼ਾਂ ਦੇ, ਮਹਾਂਪੁਰਸ਼ਾਂ ਦੇ ਸੰਗ ਵਿੱਚ ਨਿਰੰਕਾਰ ਦੀ ਗੱਲ ਚੱਲੇ, ਉਹੀ ਨਿਸ਼ਾਨੀਆਂ ਸੰਤਾਂ ਦੀ। ਜਿੱਥੇ ਜਾ ਕੇ ਸਤਿਪੁਰਸ਼ਾਂ, ਮਹਾਂਪੁਰਸ਼ਾਂ ਦੇ ਪਾਸ ਜਾ ਕੇ ਅਸੀਂ ਆਪਣੇ ਗੋਡੇ ਗਿੱਟੇ ਪੀੜ ਹੁੰਦੇ ਹੀ ਪੁੱਛਣੇ ਦੱਸਣੇ ਹੈ, ਤਾਂ ਅੱਗੋਂ ਉਹ ਵੀ ਦੱਸਦੇ ਫਿਰਨ ਵੀ ਹਾਂ ਏਦਾਂ ਠੀਕ ਹੋਣਗੇ। ਫਿਰ ਉਹ ਨਾ ਉਹ ਸੰਤ ਨੇ ਤੇ ਜਿਹੜੇ ਕੋਲ ਗਏ ਨੇ, ਤੇ ਨਾ ਉਹ ਸੰਤਾਂ ਨੂੰ ਮਿਲਣ ਦੇ ਜਗਿਆਸੂ ਨੇ। ਸੰਤ ਤਾਂ ਉਹ ਹੈ ਜਿੱਥੇ ਨਿਰੰਕਾਰ ਦੀ ਬਾਤ ਹੋਵੇ, ਪਰਮੇਸ਼ਰ ਦਾ ਜਸ ਹੋਵੇ, ਅਕਾਲ ਪੁਰਖ ਦੀ ਸੋਭਾ ਹੋਵੇ, ਤੇ ਉਹਦੇ ਕੋਲ ਗਿਆ ਹੋਇਆ ਜਿਹੜਾ ਜਗਿਆਸੂ ਹੈ, ਉਹਦੇ ਅੰਦਰ ਮਿਲਣ ਦੀ ਤਾਂਘ ਹੋਵੇ ਉਸ ਪਰਮੇਸ਼ਰ ਨੂੰ। ਉੱਥੇ ਜਾ ਕੇ ਪੂਰਨ ਗੱਲ ਬਣਦੀ। ਤੋ ਸੰਤ ਜਨਾਂ ਦਾ ਸੰਗ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ, ਜਿੱਥੇ ਉਹਨਾਂ ਦੇ ਸੰਗ ਵਿੱਚ ਜਾ ਕੇ ਅਕਥ ਦੀ ਕਹਾਣੀ ਕਥਨ ਹੁੰਦੀ ਹੈ। ਹਿਰਦੈ ਹਰ 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 ਧੁਨ ਉਪਜੇ, ਹਰ ਜਪੀਐ ਮਸਤਕ ਭਾਗ ਜਿਉ। ਕਹਿੰਦੇ ਜਿਹੜੇ ਸੰਤ ਜਨਾਂ ਦੀ ਸੰਗਤ ਵਿੱਚ ਜਾ ਬਹਿੰਦੇ ਹਨ, ਗੁਰੂ ਕੀ ਸੰਗਤ ਵਿੱਚ ਜਾ ਕੇ ਨਿਤਾ ਪ੍ਰਤੀ ਜੁੜਦੇ ਹਨ, ਹਾਜ਼ਰੀਆਂ ਭਰਦੇ, ਸਤਿਗੁਰਾਂ ਦੀ ਸੰਗਤ ਵਿੱਚ ਬਹਿ ਕੇ ਕਥਾ ਸੁਣਦੇ ਆ, ਕੀਰਤਨ ਸੁਣਦੇ ਆ, ਕਹਿੰਦੇ ਉਹਨਾਂ ਦੇ ਹਿਰਦੇ ਵਿੱਚ
ਹਿਰਦੈ ਹਰ 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 ਧੁਨ ਉਪਜੀ। ਉਹਨਾਂ ਦੇ ਹਿਰਦੇ 'ਚ ਹਰ 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 ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਇਹ ਧੁਨ ਉਪਜਾਉਂਦੀ ਹੈ। ਇਹ ਅਨਹਦ ਧੁਨੀ ਉਹਨਾਂ ਦੇ ਅੰਦਰ ਵੱਜ ਟੁਰਦੀ ਹੈ। ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜਿਉ। ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਨੇ, ਫਿਰ ਉਸ ਹਰੀ ਪਰਮੇਸ਼ਰ ਦੇ ਜਾਪ ਨੂੰ ਆਪਣੀ ਰਸਨਾ ਤੋਂ ਜਪਦੇ ਆ। ਜਿਨ੍ਹਾਂ ਦੇ ਭਾਗ ਵੱਡੇ ਨੇ, ਜਿਨ੍ਹਾਂ ਦੇ ਕਰਮ ਚੰਗੇ ਨੇ, ਉਹਨਾਂ ਦੇ ਹਿਰਦਿਆਂ 'ਚ ਹਰੀ ਦੇ ਨਾਮ ਧੁਨ ਦਾ ਜਾਪ ਉਪਜਦਾ ਹੈ। ਇਹ ਧੁਨ ਐਸੀ ਹੈ ਕਿ ਜਿਨ੍ਹਾਂ ਹਿਰਦਿਆਂ 'ਚ ਉਪਜ ਆਵੇ ਉੱਥੇ ਰਸ ਪੈਦਾ ਕਰ ਦਿੰਦੀ ਹੈ, ਉੱਥੇ ਖੇੜਾ ਪੈਦਾ ਕਰ ਦਿੰਦੀ ਹੈ, ਉੱਥੇ ਆਨੰਦ ਪੈਦਾ ਕਰ ਦਿੰਦੀ ਹੈ। ਤੇ ਵੱਡਿਆਂ ਭਾਗਾਂ ਵਾਲੇ ਜਿਨ੍ਹਾਂ ਦੇ ਮੱਥੇ ਤੇ ਚੰਗੇ ਵੱਡੇ ਭਾਗ ਨੇ, ਉਹਨਾਂ ਮਸਤਕ ਦਾ ਇੱਥੇ ਅਰਥ ਕਰਾਂਗੇ ਮੱਥਾ। ਜਿਨ੍ਹਾਂ ਦੇ ਮੱਥੇ ਤੇ ਵੱਡੇ ਭਾਗ ਨੇ, ਉਹੀ ਹਰੀ ਦੇ ਜਾਪ ਨੂੰ ਜਪਦੇ ਹਨ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜਿਉ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੀਸਰੀ ਲਾਮ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ ਆ ਕਿ ਹਿਰਦੇ ਵਿੱਚ ਵੈਰਾਗ ਉਪਜੇ। ਜੇ ਪ੍ਰਭੂ ਨੂੰ ਪ੍ਰਾਪਤ ਕਰਨ ਦੀ ਇੱਛਾ ਹੀ ਨਾ ਹੋਵੇਗੀ ਤਾਂ ਉਹ ਮਿਲੇਗਾ ਕਿਵੇਂ? ਜਗਿਆਸੂ ਬਣਨ ਲਈ ਤਾਂ ਵੈਰਾਗ ਚਾਹੀਦਾ ਨਾ। ਜਦੋਂ ਮਨ 'ਚ ਵੈਰਾਗ ਉਪਜੇਗਾ ਫਿਰ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਜਾਗੇਗੀ। ਵੈਰਾਗ ਉਪਜਿਆ ਤੇ ਆਖਿਆ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਵੈਰਾਗ ਪੈਦਾ ਕਰਦਿਆਂ ਮੇਰੇ ਸਾਹਿਬ ਗੁਰੂ ਕਲਗੀਧਰ ਮਾਛੀਵਾੜੇ ਦੇ ਜੰਗਲਾਂ ਵਿੱਚ ਬੈਠੇ ਟਿੰਡ ਦਾ ਸਰਾਣਾ ਲਾਈ ਕਹਿ ਰਹੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਪੰਜ ਬਾਣੀਆਂ ਦਾ ਪਾਠ ਕਰਦੇ ਹੋ ਨਾ। ਇੱਕ ਅੰਮ੍ਰਿਤ ਬਾਣੀ ਵਿੱਚ ਆਪ ਜੀ ਰੋਜ਼ਾਨਾ ਪੜ੍ਹਦੇ ਹੋ, ਸੁਣਦੇ ਹੋ। ਅੰਮ੍ਰਿਤ ਸਵਈਏ, ਜਿਹੜੇ ਅੰਮ੍ਰਿਤ ਸਵਈਏ ਨੇ ਨਾ, ਸਰਾਵਗ ਸੁਧ ਸਮੂਹ ਸਦਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ, ਇਹ ਸਾਡੇ ਹਿਰਦੇ 'ਚ ਵੈਰਾਗ ਪੈਦਾ ਕਰਦੇ ਆ। ਇਹ ਵੀ ਸਾਡੇ ਹਿਰਦੇ 'ਚ ਵੈਰਾਗ ਪੈਦਾ ਕਰਦੇ। ਮਾਤੇ ਬਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸੁਬਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ। ਇਤੇ ਭਏ ਤੋਂ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਦੀ ਗੱਲ ਜਦੋਂ ਮਹਾਰਾਜ ਜੀ ਕਰਦੇ, ਵੈਰਾਗ ਹੈ। ਤੋ ਇਹ ਵੈਰਾਗ ਜੰਨਿਆ ਸਵਈਏ ਹਨ। ਤੋ ਇੱਥੇ ਤੀਸਰੀ ਲਾਮ ਦੁਆਰਾ ਸਾਹਿਬ ਜੀ ਸਾਨੂੰ ਵੈਰਾਗ ਉਪਜਾਉਣ ਦੀ ਗੱਲ ਕਰਦੇ, ਤੇ ਵੈਰਾਗ ਗੁਰੂ ਕਿਰਪਾ ਨਾਲ ਹੀ ਉਪਜਦਾ ਹੈ। ਸਤਿਗੁਰਾਂ ਦਾ ਤਰਸ ਵਰਤੇ ਤਾਂ ਹਿਰਦੇ 'ਚ ਵੈਰਾਗ ਦੀ ਬਿਰਤੀ ਬਣਦੀ। ਵੈਰਾਗ ਇਹੀ ਨਹੀਂ ਕਿ ਨੇਤਰਾਂ 'ਚੋਂ ਨੀਰ ਵਹਿਣਾ, ਕੇਵਲ ਇਹੀ ਵੈਰਾਗ ਹੁੰਦਾ ਹੈ। ਵੈਰਾਗ ਹੁੰਦਾ ਜਦੋਂ ਕਿਸੇ ਪਦਾਰਥ ਦੀ ਕੋਈ ਚਾਹਨਾ ਤੇ ਖਾਹਿਸ਼ ਹਿਰਦੇ 'ਚ ਨਾ ਰਹੇ, ਉਹਨੂੰ ਵੈਰਾਗ ਕਹਿੰਦੇ ਆ। ਭਰਥਰੀ ਜੀ ਨੂੰ ਹੋ ਗਿਆ ਕਾਰਨ ਵੈਰਾਗ। ਉਹ ਕਹਿੰਦੇ ਜਿਨ ਕੋ ਨਿਤ ਮੋਹ ਚਿਤ ਮੋਹ ਚਿਤ ਮੋਹ, ਤਿਨ ਕੀ ਰਤ ਮੋਹ ਤਨ ਮਾਹੇ ਰਤੀ ਨਾ, ਵਹਿਆਨ ਪਮਾਨ ਕੇ ਸੰਗ ਰਚੀ, ਹੁਣ ਤਾ ਮਨ ਮੇ ਗਨਕਾ ਗ੍ਰਹਿ ਕੀਨਾ, ਅਬ ਤਾਹੇ ਤਜੋ ਜਾਹੇ ਭਜੋ, ਸੀਸ ਸਸੀ ਜਾਹੇ ਕੇ। ਛਾਡੋ ਮਨਾ, ਜਿਨ੍ਹਾਂ ਨੂੰ ਤੂੰ ਆਪਣੇ ਚਿੱਤ ਵਿੱਚ ਚਿੱਤ ਵਦਾ, ਉਹਨਾਂ ਦੇ ਹਿਰਦਿਆਂ 'ਚ ਕੁਝ ਹੋਰ ਹੀ ਚੱਲ ਰਿਹਾ ਹੈ। ਵੈਰਾਗ ਆ ਗਿਆ। 26 ਸਾਖੀ ਹੈ। ਤੋ ਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਸਾਨੂੰ ਆਪਣੀ ਬਾਣੀ ਦੁਆਰਾ ਵੈਰਾਗ ਜੰਨਿਆ ਉਪਦੇਸ਼ ਦਿੰਦੇ, ਜਦੋਂ ਕਹਿੰਦੇ ਜੋ ਭਜੋ ਸੋ ਬਿਨਸ ਹੈ ਪਰੋ ਆਜ ਕਹਿ ਕਾਲ। ਉਧਰ ਪੁੱਤ ਦੇ ਵਿਆਹ ਦੀ ਤਿਆਰੀ ਹੋ ਰਹੀ ਹੁੰਦੀ ਹੈ, ਅਖੰਡ ਪਾਠ ਸਾਹਿਬ ਦੇ ਭੋਗ ਪੈ ਰਹੇ ਹੁੰਦੇ ਹੈ, ਤੇ ਪੜਿਆ ਜਾ ਰਿਹਾ ਹੁੰਦਾ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ। ਤੇ ਬਾਅਦ ਜੇ ਰਾਗੀ ਸਿੰਘ ਇਹ ਸ਼ਬਦ ਪੜ੍ਹਦੇ ਤੇ ਕਹਿੰਦੇ ਹੋ ਖੁਸ਼ੀ ਦੇ ਪ੍ਰੋਗਰਾਮ 'ਚ ਆ ਕੀ ਪੜ੍ਹੀ ਜਾਂਦਾ।
ਉਹ ਆਖੇ ਨਾ ਵੀ ਹੁਣੇ ਤਾਂ ਸ਼ਲੋਕ ਪੜ੍ਹੇ ਨੇ ਗਿਆਨੀ ਸਿੰਘ ਨੇ। ਯਾਨੀ ਕਿ ਪਾਤਸ਼ਾਹ ਕਹਿੰਦੇ ਕਿ ਕੋਈ ਵੀ ਕਾਰਿਆ ਹੋਵੇ ਉਦੋਂ ਗੁਰਸਿੱਖ ਦੇ ਹਿਰਦੇ 'ਚ ਵਿਰਾਗ ਹੋਵੇ। ਇਹ ਤੀਸਰਾ ਪੜਾਅ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।